ਸਤਨਾਮ ਵਾਹਿਗੁਰੂ ਸਾਹਿਬ ਜੀ। ਜਿਸ ਮਿਲਿਐ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਮਨ ਕੀ ਦੁਬਿਧਾ ਬਿਨ ਸਜਾਏ, ਖਰ ਪਰਮ ਪਦ ਲਹੀਐ। ਜਿਨਾ ਸਾਸ ਗਿਰਾਸ ਨ ਵਿਸਰੈ, ਖਰ ਨਾਮਾ ਮਨ ਮੰਤ। ਧਨ ਸੇਈ ਨਾਨਕਾ, ਪੂਰਨ ਸੋਈ ਸੰਤ। ਸਤਨਾਮ ਵਾਹਿਗੁਰੂ ਸਾਹਿਬ ਜੀ। ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ RAM ਕੇ, ਕਰ ਕਿਰਪਾ ਦਿਆ ਮਿਲਾਏ। ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ RAM ਕੇ, ਕਰ ਕਿਰਪਾ ਦਿਆ ਮਿਲਾਏ। ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾਹੀ ਜਾਏ। ਇਛ ਪੁੰਨੀ ਵੱਡ ਭਾਗਣੀ, ਵਰ ਪਾਇਆ ਹਰ ਰਾਏ। ਮਿਲ ਸਹੀਆਂ ਮੰਗਲ ਗਾਵਹੀ, ਗੀਤ ਗੋਵਿੰਦ ਆਲਾਏ। ਹਰ ਜਿਹਾ ਅਵਰ ਨ ਦਿਸਈ, ਕੋਈ ਦੂਜਾ ਲਵੈ ਨ ਲਾਏ। ਹਲਤ ਪਲਤ ਸਵਾਰਿਓਨ, ਨਿਹਚਲ ਦਿੱਤੀਆਂ ਨ ਜਾਏ। ਸੰਸਾਰ ਸਾਗਰ ਤੇ ਰੱਖਿਆਨ, ਬਹੁੜ ਨ ਜਨਮੈ ਧਾਏ। ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਣੀ ਪਾਏ। ਫਲ ਗੁਣ ਨਿਤ ਸਲਾਹੀਐ, ਜਿਸਨੋ ਤਿਲ ਨਾ ਤਮਾਏ। ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ। ਹਰ ਗੁਰ ਪੂਰਾ ਆਰਾਧਿਆ, ਦਰਗਾਹ ਸੱਚ ਖਰੇ। ਸਰਬ ਸੁਖਾਂ ਨਿਦ ਚਰਨ ਹਰ, ਭਉ ਜਲ ਬਿਖਮ ਤਰੇ। ਪ੍ਰੇਮ ਭਗਤ ਤਿਨ ਪਾਈਆ, ਬਿਖਿਆ ਨਾਹੀ ਜਰੇ। ਕੂੜ ਗਏ ਦੁਬਿਧਾ ਨਸੀ, ਪੂਰਨ ਸੱਚ ਪਰੇ। ਪਾਰ ਬ੍ਰਹਮ ਪ੍ਰਭ ਸੇਵੰਦੇ, ਮਨ ਅੰਦਰ ਏਕ ਤਰੇ। ਮਾਹ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਮਾਹ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਕੋਈ ਬੈਠੇ ਗੁਰੂ ਸਵਾਰੀ ਸਤਸੰਗੀ ਜਨੋਂ ਵਡਭਾਗੀ ਕੋ ਸਤਿਗੁਰੂ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਗੁਰੂ ਦਰਬਾਰ ਅੰਦਰ ਜੁੜ ਬੈਠ
ਭਾਈ ਸਾਹਿਬ ਜੀ ਦੇ ਜਥੇ ਪਾਸੋਂ ਅਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਅੱਜ ਫੱਗਣ ਮਹੀਨੇ ਦੀ ਆਰੰਭਤਾ ਹੋਈ ਹੈ। ਇਸ ਮਹੀਨੇ ਰਾਹੀਂ ਸਾਹਿਬ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਾਂਝ ਰਾਗ ਦੇ ਅੰਦਰ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਵਿਚਾਰ ਆਰੰਭਨ ਤੋਂ ਪਹਿਲਾਂ ਅਸੀਸ ਬਖਸ਼ਦੇ ਹੋਏ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਬੋਲ ਕਹਿਣ ਲੱਗੇ, ਫਲ ਗੁਣ ਆਨੰਦ ਉਪਾਰ ਜਨਾ, ਹਰ ਸੱਜਣ ਪ੍ਰਗਟੇ ਆਏ। ਫੱਗਣ ਮਹੀਨੇ ਅੰਦਰ ਸਾਹਿਬ ਜੀ ਨੇ ਜੋ ਸਾਨੂੰ ਉਪਦੇਸ਼ ਦਿੱਤਾ, ਕਹਿਣ ਲੱਗੇ ਜਦੋਂ ਮੈਂ ਮਨੁੱਖਤਾ ਵੱਲ ਨਜ਼ਰ ਮਾਰਦਾ, ਇਹ ਸਰਦੀ ਦੀ ਰੁੱਤ ਨਿਕਲੀ। ਇਸ ਤੋਂ ਬਾਅਦ ਬਹੁਤਾਤ ਲੋਕ ਹੋਲੀਆਂ ਦੇ ਰੰਗਾਂ ਦੇ ਅੰਦਰ ਮਸਤ ਹੋ ਜਾਂਦੇ ਹਨ। ਦੁਨੀਆ ਦੇ ਇਹਨਾਂ ਸੁੱਖਾਂ ਦੇ ਵਿੱਚੋਂ ਹੀ ਆਨੰਦ ਮਾਣਦੇ ਹਨ। ਘਰ ਪਰਿਵਾਰ ਸੁਚੱਜਾ ਮਿਲ ਜਾਏ, ਦੁਨੀਆ ਦੇ ਸਾਰੇ ਸੁੱਖ ਮਿਲ ਜਾਣ, ਇਹ ਇਨਸਾਨ ਪ੍ਰਸ਼ਾਦਾ ਰੱਜ ਕੇ ਛਕ ਲਏ ਤੇ ਕਹਿੰਦਾ ਹੈ ਆਨੰਦ ਆ ਗਿਆ। ਆਨੰਦ ਹੋਵੇਗਾ, ਪਰ ਇਹ ਬਹੁਤਾ ਲੰਬੇ ਸਮੇਂ ਦਾ ਆਨੰਦ ਨਹੀਂ। ਇਹ ਆਨੰਦ ਨਾਸਵੰਤ ਹੈ, ਕੁਝ ਕੁ ਦਿਨਾਂ ਦਾ ਹੈ, ਕੁਝ ਕੁ ਚਿਰ ਦਾ ਹੈ। ਪਰ ਜਿਹੜੀ ਜੀਵ ਇਸਤਰੀ ਇੱਕ ਅੰਦਰ ਦੀ ਤੜਫ ਰੱਖ ਕੇ ਮਾਲਕ ਦੇ ਚਰਨਾਂ ਅੰਦਰ ਪੁਕਾਰ ਕਰਦੀ ਹੈ ਕਿ ਹੇ ਮੇਰੇ ਮਾਲਕ, ਦੁਨੀਆ ਦੇ ਸੁੱਖ ਤਾਂ ਸਾਰੇ ਮਿਲ ਗਏ, ਦੁਨੀਆ ਦੇ ਸੁੱਖਾਂ ਦੇ ਅੰਦਰ ਮੈਂ ਇਸ ਮਿਲੇ ਹੋਏ ਸਮੇਂ ਨੂੰ ਬਰਬਾਦ ਨਹੀਂ ਕਰ ਦੇਣਾ। ਕਿਰਪਾ ਕਰ ਮੇਰਾ ਲੋਕ ਵੀ ਤੇ ਪਰਲੋਕ ਵੀ ਸੁਹੇਲਾ ਹੋ ਜਾਏ। ਉਹ ਫਿਰ ਜੀਵ ਇਸਤਰੀ ਮਨ ਨੂੰ ਇੱਕ ਤਰਲਾ ਲੈਂਦੀ ਹੈ ਕਿ ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਕਹੋ ਬਕੋ ਸ਼ੁਭ ਰਸਨਾ, ਦੀਜੈ ਪ੍ਰਾਣ ਅਕੋਰ। ਕਿ ਕੋਈ ਐਸਾ ਸੱਜਣ ਪਿਆਰਾ ਮੈਨੂੰ ਮਿਲ ਜਾਏ ਜਿਸ ਦੀ ਕਰਤੇ ਦੇ ਨਾਲ ਸਾਂਝ ਬਣ ਗਈ ਹੋਏ, ਉਹ ਮੇਰੀ ਵੀ ਸਾਂਝ ਮਾਲਕ ਦੇ ਨਾਲ ਪਵਾ ਦੇ। ਮੈਂ ਆਪਣੀ ਰਸਨਾ ਤੋਂ ਉਸ ਪ੍ਰਤੀ ਮਿੱਠੇ ਬੋਲ ਬੋਲਾਂਗੀ, ਮੈਂ ਉਸ ਦੇ ਘੁੱਟ ਕੇ ਚਰਨ ਫੜ ਲਵਾਂਗੀ। ਮੈਂ ਆਪਣੇ ਪ੍ਰਾਣ ਉਸ ਅੱਗੇ ਭੇਟਾ ਦੇ ਤੌਰ ਤੇ ਦੇਣ ਵਾਸਤੇ ਵੀ ਤਿਆਰ ਹਾਂ, ਜੇ ਕੋਈ ਮੇਰਾ ਮਿਲਾਪ ਕਰਤੇ ਦੇ ਨਾਲ ਮਨਾ ਦੇ। ਐਸੀ ਤੜਫ ਜਦੋਂ ਭਾਈ ਗੁਰਦਾਸ ਜੀ ਨੇ ਦੇਖੀ ਤੇ ਉਹ ਵੀ ਆਪਣੀ ਰਚਨਾ ਅੰਦਰ ਬਿਆਨ ਕਰਦੇ ਨੇ। ਭਾਈ ਸਾਹਿਬ ਦਾ ਸੁਭਾਅ ਕਿ ਉਹ 2-3 ਪ੍ਰਮਾਣ ਸਾਂਝੇ ਕਰਕੇ ਫਿਰ ਅਖੀਰ ਤੇ ਉਹ ਅੰਦਰ ਦੀ ਤੜਫ ਸਾਂਝੀ ਕਰ ਜਾਂਦੇ ਨੇ। ਭਾਈ ਗੁਰਦਾਸ ਜੀ ਨੇ ਪਹਿਲਾ ਪ੍ਰਮਾਣ ਦਿੱਤਾ, ਕਹਿਣ ਲੱਗੇ ਇੱਕ ਉਹ ਇਨਸਾਨ ਜਿਸ ਦੇ ਤਨ ਨੂੰ ਰੋਗ ਲੱਗ ਗਿਆ, ਉਹ ਜਗ੍ਹਾ ਜਗ੍ਹਾ ਤੇ ਤਰ੍ਹਾਂ ਤਰ੍ਹਾਂ ਦੇ ਵੈਦਾਂ ਡਾਕਟਰਾਂ ਦੇ ਕੋਲ ਜਾਂਦਾ ਹੈ। ਜਿੰਨੀ ਦੇਰ ਦੇਹ ਅਰੋਗਤਾ ਨਾ ਮਿਲ ਜਾਏ, ਉਹ ਥਾਂ ਥਾਂ ਤੇ ਇਸੇ ਤਰ੍ਹਾਂ ਵੱਖ-ਵੱਖ ਵੈਦ ਡਾਕਟਰ ਲੱਭਣ ਦਾ ਯਤਨ ਕਰਦਾ ਹੈ। ਆਖਰ ਹੋ ਸਕਦਾ ਹੈ ਉਸ ਦਾ ਇਹ ਰੋਗ ਕਿਸੇ ਵੈਦ ਤੋਂ ਜਾ ਕੇ ਕੱਟਿਆ ਜਾਏ। ਦੂਸਰਾ ਉਦਾਹਰਨ ਭਾਈ ਸਾਹਿਬ ਨੇ ਦਿੱਤਾ, ਕਹਿਣ ਲੱਗੇ ਇੱਕ ਮੰਗਤਾ ਕਦੀ ਕਿਸੇ ਦਰਵਾਜ਼ੇ ਤੇ ਜਾਂਦਾ ਹੈ, ਕਦੀ ਕਿਸੇ ਦਰਵਾਜ਼ੇ ਤੇ ਜਾਂਦਾ ਹੈ, ਸਾਰਾ ਦਿਨ ਇਸੇ ਤਰ੍ਹਾਂ ਭੌਂਦਾ ਰਹਿੰਦਾ ਹੈ। ਆਖਰ ਸ਼ਾਮ ਤੱਕ ਕੁਝ ਨਾ ਕੁਝ ਮਿਲ ਜਾਂਦਾ ਹੈ ਤੇ ਉਹ ਵੀ ਤ੍ਰਿਪਤ ਹੋ ਜਾਂਦਾ ਹੈ। ਭਾਈ ਸਾਹਿਬ ਨੇ ਤੀਸਰਾ ਉਦਾਹਰਨ ਦਿੱਤਾ, ਕਹਿਣ ਲੱਗੇ ਪਤੀ ਘਰ ਦੇ ਅੰਦਰ ਨਾ ਹੋਏ ਤੇ ਪਤਨੀ ਵੀ ਇਸੇ ਤਰ੍ਹਾਂ ਅੰਦਰ ਦੀ ਤੜਫ ਲੈ ਕੇ ਪੁਕਾਰਦੀ ਰਹਿੰਦੀ ਹੈ ਕਿ ਕਦੋਂ ਮੇਰੇ ਸਿਰ ਦਾ ਸੁਆਮੀ ਪਤੀ ਮੇਰਾ ਘਰ ਆਵੇ। ਭਾਵੇਂ ਘਰ ਪਦਾਰਥ ਦੁਨੀਆ ਦੇ ਸੁੱਖ ਸਾਰੇ ਕੋਲ ਹੋਣ, ਪਰਿਵਾਰ ਭਾਵੇਂ ਕੋਲ ਹੋਵੇ, ਪਰ ਜਿੰਨੀ ਦੇਰ ਪਤੀ ਘਰ ਦੇ ਅੰਦਰ ਨਾ ਆਏ ਉਸ ਔਰਤ ਨੂੰ ਚੈਨ ਨਹੀਂ। ਜਦੋਂ ਘਰ ਅੰਦਰ ਪਤੀ ਆ ਜਾਏ ਤੇ ਉਹ ਹੀ ਆਨੰਦਿਤ ਹੋ ਜਾਂਦੀ ਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਉਦਾਹਰਨ ਹੋਰ ਲੈ ਲਿਆ, ਕਹਿੰਦੇ ਭੌਰਾ ਥਾਂ ਥਾਂ ਤੇ ਭੌਂਦਾ ਫਿਰਦਾ ਹੈ, ਕਦੀ ਕਮਲ ਦੇ ਫੁੱਲ ਕਦੀ ਕਿਸੇ ਕਮਲ ਦੇ ਫੁੱਲ ਤੇ ਜਾਂਦਾ ਹੈ। ਜਿੰਨੀ ਦੇਰ ਉਹ ਵੀ ਆਨੰਦਿਤ ਨਹੀਂ ਹੋ ਜਾਂਦਾ, ਉਹ ਵੀ ਇਸੇ ਤਰ੍ਹਾਂ ਭੌਂਦਾ ਹੀ ਰਹੇਗਾ। ਆਖਰ ਕਮਲ ਦੇ ਫੁੱਲ ਤੇ ਬੈਠਾ ਹੋਇਆ ਕਈ ਵਾਰ ਉਹ ਉੱਥੇ ਹੀ ਆਪਾ ਖਤਮ ਕਰ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿਣ ਲੱਗੇ ਬਸ ਰੱਬ ਦੇ ਪਿਆਰਿਆਂ ਦੀ ਵੀ ਤੜਫ ਕੁਝ ਇਸੇ ਤਰ੍ਹਾਂ ਦੀ ਹੈ। ਜਿੰਨੀ ਦੇਰ ਪੂਰਨ ਗੁਰੂ ਦੇ ਨਾਲ ਮਿਲਾਪ ਨਾ ਹੋ ਜਾਏ,
ਉਹ ਵੀ ਜਗ੍ਹਾ ਜਗ੍ਹਾ ਤੇ, ਉਹ ਵੀ ਥਾਂ ਥਾਂ ਤੇ ਵਿਚਰਦੇ ਹਨ ਕਿ ਕੋਈ ਐਸਾ ਸੱਜਣ, ਕੋਈ ਐਸਾ ਸੰਤ, ਕੋਈ ਐਸਾ ਪਿਆਰਾ ਗੁਰੂ ਮੈਨੂੰ ਮਿਲ ਜਾਏ ਜਿਹੜਾ ਕਰਤੇ ਦੇ ਨਾਲ ਮੈਨੂੰ ਇਸੇ ਜਨਮ ਦੇ ਨਾਲ ਮਿਲਾ ਦੇ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਜੈਸੇ ਬ੍ਰਿਥਾ ਵੰਤ ਜੰਤ ਪੁੱਛੈ ਬੈਦ ਬੈਦ ਪ੍ਰਤ, ਜੋਲੋ ਨਾ ਮਿਟ ਰੋਗ ਤੋਲੋ ਬਿਲਲਾਤ ਹੈ। ਜੈਸੇ ਭੀਖ ਮੰਗਤ ਭਿਖਾਰੀ ਘਰ ਘਰ ਡੋਲੈ, ਤੋਲੋ ਨਹੀਂ ਆਵੇ ਚੈਨ ਜੋਲੋ ਨਾ ਅਗਾਤ ਹੈ। ਜੈਸੇ ਬਿਰਹਣੀ ਸਗਨ ਲਗਨ ਸੋਧੈ, ਜੋਲੋ ਨਾ ਪਧਾਰ ਭੇਟੈ ਤੋਲੋ ਅਕੁਲਾਤ ਹੈ। ਤੈਸੇ ਅਲ ਖੋਜੈ ਕਮਲ ਕਮਲ ਗਤ, ਜੋਲੋ ਨਾ ਪਰਮ ਪਦ ਸੰਪਟ ਸਮਾਤ ਹੈ। ਇਸੇ ਤਰ੍ਹਾਂ ਦੀ ਉਸ ਜੀਵ ਇਸਤਰੀ ਦੀ ਤੜਫ ਹੈ ਜਿਸ ਨੇ ਸਦੀਵ ਆਨੰਦ ਪ੍ਰਾਪਤ ਕਰਨਾ ਹੈ। ਫਿਰ ਕਹਿਣ ਲੱਗੇ ਇਸ ਰੁੱਤ ਦੇ ਅੰਦਰ ਜਾ ਕੇ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਜਦੋਂ ਉਹ ਜੀਵ ਇਸਤਰੀ ਗੁਰੂ ਦੇ ਉਪਦੇਸ਼ ਨੂੰ ਕਮਾਉਂਦੀ ਰਹੀ, ਜੀਵਨ ਦੇ ਅੰਦਰ ਕੋਈ ਸੱਜਣ ਸੰਤ ਰੱਬ ਦੇ ਪਿਆਰੇ ਦੇ ਨਾਲ ਮਿਲਾਪ ਹੋਇਆ ਤੇ ਉਸ ਨੇ ਐਸੀ ਅੰਦਰ ਮਾਨੋ ਚਿਣਗ ਲਾ ਦਿੱਤੇ। ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਗੁਣਾਂ ਦਾ ਫਲ ਉਸ ਦੇ ਜੀਵਨ ਦੇ ਅੰਦਰ ਲੱਗ ਗਿਆ। ਉਪਾਰਜਨਾ ਭਾਵ ਕਿ ਉਹ ਬਿਲਕੁਲ ਮਹਾ ਆਨੰਦ ਦੇ ਅੰਦਰ ਚਲੀ ਗਈ। ਉਹ ਦੁਨੀਆ ਦੇ ਛੋਟੇ ਛੋਟੇ ਆਨੰਦ ਅੰਦਰ ਨਹੀਂ, ਕਿਉਂਕਿ ਜਦੋਂ ਦੁਨੀਆ ਦੇ ਇਸ ਆਨੰਦ ਦੀ ਗੱਲ, ਸੁਖ ਦੀ ਗੱਲ ਆਪਾਂ ਹੁਣੇ ਸਾਂਝੀ ਕੀਤੀ, ਸਹਿਮ ਕਹਿਣ ਲੱਗੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਦੋਂ ਆਪਾਂ ਕਿਸੇ ਨੂੰ ਮਿਲਦੇ ਆਂ ਤੇ ਕਹਿ ਦਿੰਨੇ ਆਂ ਬਿਲਕੁਲ ਆਨੰਦ ਠੀਕ ਠਾਕ, ਪਰ ਕੁਝ ਕੁ ਸਮੇਂ ਬਾਅਦ ਇੱਕ ਦੂਸਰੇ ਪ੍ਰਤੀ ਰੋਣੇ ਧੋਣੇ ਸ਼ੁਰੂ ਹੋ ਜਾਂਦੇ ਨੇ। ਸਾਹਿਬ ਕਹਿਣ ਲੱਗੇ ਇਹ ਸਦੀਵ ਆਨੰਦ ਨਹੀਂ, ਸਦੀਵ ਆਨੰਦ ਪੂਰੇ ਗੁਰੂ ਤੋਂ ਮਿਲਣਾ ਹੈ। ਉਹ ਗੁਰੂ ਫਿਰ ਜੀਵਨ ਦੇ ਅੰਦਰ ਐਸਾ ਆਨੰਦ ਭਰ ਦਿੰਦਾ ਹੈ ਕਿ ਉਹ ਇਨਸਾਨ ਤ੍ਰਿਪਤ ਹੋ ਜਾਂਦਾ ਹੈ। ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਉਸ ਦੇ ਹਿਰਦੇ ਅੰਦਰ ਰੱਬ ਪਰਮੇਸ਼ਰ ਪ੍ਰਗਟ ਹੋ ਜਾਂਦਾ ਹੈ। ਉਸ ਦਾ ਹਿਰਦਾ ਗੁਣਾਂ ਦੇ ਨਾਲ ਸ਼ਿੰਗਾਰਿਆ ਜਾਂਦਾ ਹੈ। ਆਨੰਦ ਸ਼ਬਦ ਬਹੁਵਚਨ ਅੰਦਰ ਹੈ। ਉਹ ਹਿਰਦਾ ਗੁਣਾਂ ਦੇ ਨਾਲ ਸ਼ਿੰਗਾਰਿਆ ਜਾਂਦਾ ਹੈ। ਤੇ ਸਾਹਿਬ ਕਹਿਣ ਲੱਗੇ ਉਹ ਅਵਸਥਾ ਬਣ ਗਈ ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰ ਨਾਨਕ ਕੋ ਦੀਆ। ਜਪਨ ਵਾਲੇ ਫਿਰ ਸਦੀਵ ਆਨੰਦ ਪ੍ਰਾਪਤ ਕਰ ਲੈਂਦੇ ਨੇ। ਤੇ ਇਹ ਸਾਰੀ ਬਖਸ਼ਿਸ਼ ਕਿਵੇਂ ਹੋਈ? ਕਹਿਣ ਲੱਗੇ ਸੰਤ ਸਖਾਈ RAM ਕੇ ਕਰ ਕਿਰਪਾ ਦਿਆ ਮਿਲਾਏ। ਸੰਤ ਜਨ ਰੱਬ ਦੇ ਪਿਆਰੇ ਜਿਹੜੇ ਕਦੀ ਆਪਣੀ ਗੱਲ ਨਹੀਂ ਕਰਦੇ, ਜਿਨ੍ਹਾਂ ਸੰਬੰਧੀ ਸਾਹਿਬ ਦੀ ਪਾਵਨ ਬਾਣੀ ਕਹਿੰਦੀ ਏ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਸੰਤ ਜਨ ਜਿਨ੍ਹਾਂ ਦੇ ਹਿਰਦੇ ਅੰਦਰ ਹਰ ਸਮੇਂ ਕਰਤੇ ਦੀ ਯਾਦ ਚੱਲਦੀ ਹੈ। ਇੱਕ ਘਰ ਬਾਰ ਨੂੰ ਤਿਆਗ ਦੇਣਾ, ਪ੍ਰਸ਼ਾਦੇ ਪਾਣੀ ਦਾ ਤਿਆਗ ਕਰ ਦੇਣਾ, ਕੱਪੜਿਆਂ ਦਾ, ਜੁੱਤੀ ਦਾ, ਜੋੜੇ ਦਾ ਤਿਆਗ ਕਰ ਦੇਣਾ, ਚੁੱਪ ਕਰ ਜਾਣਾ, ਮੌਨ ਧਾਰੀ ਹੋ ਜਾਣਾ, ਇਸ ਨੂੰ ਸਤਿਗੁਰੂ ਦੀ ਪਾਵਨ ਬਾਣੀ ਸੰਤ ਨਹੀਂ ਕਹਿੰਦੇ। ਸਾਹਿਬ ਕਹਿਣ ਲੱਗੇ ਸੰਤ ਉਹ ਹੈ ਜਿਹੜਾ ਦੁਨੀਆ ਦੇ ਇਹਨਾਂ ਸੁੱਖਾਂ ਅੰਦਰ, ਦੁਨੀਆ ਦੇ ਪਦਾਰਥਾਂ ਦੇ ਅੰਦਰ ਰਹਿੰਦਾ ਹੋਇਆ ਵੀ ਆਪਣੀ ਸੁਰਤ ਨੂੰ ਉੱਚਿਆਂ ਕਰਕੇ ਜਗਤ ਦੇ ਇਸ ਪਸਾਰੇ ਅੰਦਰ ਜ਼ਿੰਮੇਵਾਰੀਆਂ ਦੀ ਪਾਲਣਾ ਕਰਦਾ ਹੋਏ, ਜਿਸ ਨੂੰ ਸਾਹਿਬ ਕਹਿਣ ਲੱਗੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸ਼ਾਨੈ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੈ। ਜਿਸ ਨੂੰ ਸਤਿਗੁਰੂ ਨੇ ਹੋਰ ਵੀ ਪਾਵਨ ਬਾਣੀ ਅੰਦਰ ਬਿਆਨ ਕੀਤਾ। ਕਹਿਣ ਲੱਗੇ ਇਹਨਾਂ ਪਿਆਰਿਆਂ ਦੀ ਪ੍ਰੀਤ ਕਿਵੇਂ ਦੀ ਹੁੰਦੀ ਏ? ਜਿਉ ਮਛਲੀ ਬਿਨ ਪਾਣੀਐ ਕਿਉ ਜੀਵਨ ਪਾਵੈ, ਬੂੰਦ ਵਿਹੂਣਾ ਚਾਤ੍ਰਿਕੋ ਕਿਉ ਕਰ ਤ੍ਰਿਪਤਾਵੈ, ਨਾਦ ਕੁਰੰਕੈ ਬੇਦਿਆ ਸਨਮੁਖ ਉਠਤਾਵੈ, ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ, ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵੈ। ਜਾਂ ਸਤਿਗੁਰੂ ਨੇ ਹੋਰ ਬਿਆਨ ਕੀਤਾ। ਕਹਿਣ ਲੱਗੇ ਜੀਵਨ ਅੰਦਰ ਉਹ ਇਸ ਤਰ੍ਹਾਂ ਦਾ ਸੁਭਾਅ ਬਣਾ ਲੈਂਦੇ ਹਨ ਜਿਵੇਂ ਇੱਕ ਦਰਖਤ ਦਾ, ਇੱਕ ਰੁੱਖ ਦਾ, ਇੱਕ ਪੌਦੇ ਦਾ ਸੁਭਾਅ ਹੁੰਦਾ ਹੈ। ਜਿਵੇਂ ਕੋਈ ਇਨਸਾਨ
ਉਸ ਦੇ ਛਾਇਆ ਵੀ ਮਾਣੀ ਹੋਵੇ, ਫਲ ਵੀ ਖਾਦਾ ਹੋਵੇ, ਪਰ ਕੋਈ ਇਨਸਾਨ ਇਸ ਦਰਖਤ ਨੂੰ ਆ ਕੇ ਕੱਟ ਦੇ। ਜਿਸ ਵਕਤ ਕੱਟਿਆ ਜਾਂਦਾ ਹੈ, ਇਹ ਦਰਖਤ ਆਰੇ ਉੱਪਰ ਗਿਆ, ਇਸ ਦੇ ਲੰਬੇ ਲੰਬੇ ਫੱਟੇ ਚੀਰੇ ਗਏ, ਇਸ ਤੋਂ ਬੇੜਾ ਬਣ ਗਿਆ ਤੇ ਬੇੜਾ ਜਦੋਂ ਪਾਣੀ ਦੇ ਉੱਪਰ ਤੈਰਦਾ ਹੈ, ਉਹੀ ਕੱਟਣ ਵਾਲਾ ਸੱਜਣ ਕਿਤੇ ਇਸ ਬੇੜੇ ਅੰਦਰ ਬੈਠ ਜਾਏ ਤੇ ਇਹ ਬੇੜਾ ਕਦੀ ਨਹੀਂ ਕਹਿੰਦਾ ਕਿ ਤੂੰ ਹੀ ਮੇਰੇ ਕੱਟ ਕੱਟ ਕੇ ਟੁਕੜੇ ਕੀਤੇ ਸਨ, ਅੱਜ ਮੈਂ ਤੈਨੂੰ ਪਾਣੀ ਤੋਂ ਪਾਰ ਨਹੀਂ ਹੋਣ ਦੇਣਾ। ਕਹਿਣ ਲੱਗੇ ਜਿਵੇਂ ਦਰਖਤ ਦਾ ਸੁਭਾਅ, ਉਸ ਲੱਕੜ ਦਾ ਸੁਭਾਅ, ਇਸੇ ਤਰ੍ਹਾਂ ਰੱਬ ਦੇ ਪਿਆਰੇ ਵੀ ਕਿਸੇ ਦੇ ਨਾਲ ਕੋਈ ਵੈਰ ਨਹੀਂ ਰੱਖਦੇ, ਉਹਨਾਂ ਨੂੰ ਸਾਰਾ ਜਹਾਨ ਆਪਣਾ ਹੀ ਲੱਗਦਾ ਹੈ। ਸਾਹਿਬ ਨੇ ਪਾਵਨ ਬਾਣੀ ਅੰਦਰ ਬਿਆਨ ਕੀਤਾ, ਕਹਿਣ ਲੱਗੇ ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਉਆਂ ਕੋ ਲੈ ਸਵਾਰਿਓ, ਤਿਲ ਨਾ ਦੀਨੋ ਦੋਸ਼। ਰੱਬ ਦੇ ਪਿਆਰੇ ਸੰਤ ਜਨ ਜਿਹੜੇ ਹਨ, ਉਹਨਾਂ ਦਾ ਸੁਭਾਅ ਬੜਾ ਆਨੰਦਮਈ ਬਣ ਜਾਂਦਾ ਹੈ। ਭਾਈ ਗੁਰਦਾਸ ਨੇ ਤਾਂ ਹੋਰ ਵੀ ਜ਼ਿਕਰ ਕੀਤਾ, ਕਹਿਣ ਲੱਗੇ ਜਦੋਂ ਗਨਕਾ ਵਰਗੀ ਵੇਸਵਾ ਦੇ ਦੁਆਰੇ ਤੇ ਇੱਕ ਸੰਤ ਜਨ ਜਾਂਦਾ ਹੈ ਤੇ ਆਪਣੇ ਸੁਭਾਅ ਨੂੰ ਉਹ ਬਦਲਦਾ ਨਹੀਂ, ਪਰ ਉਹ ਗਣਕਾ ਨੂੰ ਵੀ ਇੱਕ ਤੋਤੇ ਦੇ ਰਾਹੀਂ ਇਹ ਉਪਦੇਸ਼ ਦੇ ਆਉਂਦਾ ਹੈ। ਭਾਈ ਗੁਰਦਾਸ ਕਹਿਣ ਲੱਗੇ ਗਨਕਾ ਪਾਪਣ ਹੋਏ ਕਹਿ, ਪਾਪਾਂ ਦਾ ਗਲਕਾਰ ਪਰੋਤਾ, ਮਹਾਂਪੁਰਖ ਅਚਾਣ ਚੱਕ ਗਣਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸ ਨੂੰ ਦਿੱਤੋਨ ਤੋਤਾ, RAM ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸੋਤਾ। ਉੱਥੇ ਰਹਿ ਕੇ ਉਸ ਦੀ ਦੁਰਮਤ ਨੂੰ ਦੇਖ ਕੇ ਵੀ ਉਸ ਨੂੰ ਗੁਰਮਤ ਦਾ ਉਪਦੇਸ਼ ਦੇ ਦਿੱਤਾ। ਐਸਾ ਸੰਤ ਜਨ ਰੱਬ ਦੇ ਪਿਆਰਿਆਂ ਦਾ ਸੁਭਾਅ ਹੁੰਦਾ ਹੈ। ਉਹ ਰੱਬ ਦਾ ਪਿਆਰਾ ਅੰਦਰ ਦੀ ਤੜਫ ਰੱਖਣ ਵਾਲਾ ਇਹ ਜੀਵ, ਜਾਂ ਉਹ ਜੀਵ ਇਸਤਰੀ ਕਹਿ ਰਹੀ ਸੰਤ ਸਖਾਈ RAM ਕੇ ਕਰ ਕਿਰਪਾ ਦਿਆ ਮਿਲਾਏ। ਸੰਤ ਜਨ ਪਿਆਰੇ ਇਹ ਸਹਾਈ ਹੋ ਜਾਂਦੇ ਹਨ। ਸਾਹਿਬ ਨੇ ਪਾਵਨ ਬਾਣੀ ਅੰਦਰ ਵੀ ਜ਼ਿਕਰ ਕੀਤਾ, ਸੰਗ ਮਿਲਾਏ ਲਿਆ ਮੇਰੇ ਕਰਤੈ, ਸੰਤ ਸਾਧ ਭਏ ਸਾਥੀ। ਇਹ ਸਾਥੀ, ਇਹ ਸੰਤ ਜਨ ਸਹਾਈ ਹੋ ਜਾਂਦੇ ਨੇ। ਸਾਹਿਬ ਨੇ ਕਿਹਾ ਸੇਜ ਸੁਖਾਵੀ ਸਰਬ ਸੁਖ, ਹੁਣ ਦੁੱਖਾ ਨਾਹੀ ਜਾਏ। ਜਦੋਂ ਕਰਤਾ ਹਿਰਦੇ ਅੰਦਰ ਆਣ ਵਸੇ, ਫਿਰ ਦੁੱਖਾਂ ਦਾ ਡੇਰਾ ਜਿਹੜਾ ਹੈ ਉਹ ਨਿਕਲ ਜਾਂਦਾ ਹੈ। ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ, ਜਿੱਥੇ ਕਰਤੇ ਦਾ ਵਾਸਾ ਹੋ ਜਾਏ, ਫਿਰ ਇਹ ਦੁੱਖਾਂ ਸੁੱਖਾਂ ਨੂੰ ਥਾਂ ਕੋਈ ਨਹੀਂ ਰਹਿ ਜਾਂਦੇ। ਸਾਹਿਬ ਨੇ ਅੱਗੇ ਜ਼ਿਕਰ ਕੀਤਾ, ਕਹਿਣ ਲੱਗੇ ਇੱਛ ਪੁੰਨੀ ਵਡਭਾਗਣੀ, ਵਰ ਪਾਇਆ ਕਰ ਰਾਏ। ਉਸ ਦੀ ਇੱਛਾ ਪੂਰੀ ਹੋ ਗਈ, ਉਹ ਪਰਮਾਤਮਾ ਦੇ ਨਾਲ ਮਾਨੋ ਵਿਆਹੀ ਗਈ, ਜਿਸ ਨੂੰ ਸਤਿਗੁਰੂ ਨੇ ਕਿਹਾ ਅਕਾਲ ਮੂਰਤ ਵਰ ਪਾਇਆ ਅਬਨਾਸੀ, ਨਾ ਕਦੇ ਮਰੇ ਨਾ ਜਾਇਆ। ਉਸ ਕਰਤੇ ਨੂੰ ਆਪਣਾ ਪਤੀ ਪਰਮੇਸ਼ਰ ਮੰਨ, ਉਹ ਸਦੀਵ ਕਾਲ ਲਈ ਆਨੰਦ ਮਾਣ ਗਈ। ਸਾਹਿਬ ਕਹਿਣ ਲੱਗੇ ਮਿਲ ਸਈਆਂ ਮੰਗਲ ਗਾਵਹੀ, ਗੀਤ ਗੋਵਿੰਦ ਅਲਾਏ। ਸਤ ਸੰਗੀ ਔਰਤਾਂ ਇਕੱਠੀਆਂ ਹੋ ਕੇ ਮਾਲਕ ਪਰਮੇਸ਼ਰ ਦੇ ਗੀਤ ਅਲਾਪਦੀਆਂ ਹਨ, ਉਸ ਨੂੰ ਯਾਦ ਕਰਦੀਆਂ ਨੇ। ਫਿਰ ਕਹਿੰਦੀਆਂ ਹਰ ਜੇਖਾ ਅਵਰ ਨ ਦਿਸਈ, ਕੋਈ ਦੂਜਾ ਲਵੇ ਨ ਲਾਏ। ਕਿ ਹਰੀ ਪਰਮਾਤਮਾ ਵਰਗਾ ਹੋਰ ਜਗਤ ਦੇ ਅੰਦਰ ਕੋਈ ਨਹੀਂ। ਕਿਸੇ ਹੋਰ ਨੂੰ ਆਪਾਂ ਹੁਣ ਆਪਣੇ ਹਿਰਦੇ ਅੰਦਰ ਥਾਂ ਨਹੀਂ ਦੇਣੀ, ਕਿਉਂਕਿ ਕਰਤਾ ਆਣ ਵਸਿਆ ਹੈ। ਹਰ ਜੇਖਾ ਅਵਰ ਨ ਦਿਸਈ, ਕੋਈ ਦੂਜਾ ਲਵੇ ਨ ਲਾਏ। ਹਲਤ ਪਲਤ ਸਵਾਰਿਓਨ, ਨਿਹਚਲ ਦਿੱਤੀਆਂ ਜਾਏ। ਸਾਹਿਬ ਕਹਿਣ ਲੱਗੇ ਖਲਤ ਅਤੇ ਪਲਤ ਸਵਾਰ ਕੇ ਰੱਖ ਦਿੱਤਾ, ਜਿਸ ਨੂੰ ਸਤਿਗੁਰੂ ਦੀ ਪਾਵਨ ਬਾਣੀ ਕਹਿੰਦੀ ਦੋਵੇਂ ਥਾਮ ਰੱਖੇ ਗੁਰਸੂਰੇ, ਲੋਕ ਵੀ ਅਤੇ ਪਰਲੋਕ ਵੀ। ਹਰ ਪਲ ਜਿਹੜਾ ਹੈ ਜੀਵਨ ਦਾ ਉਹ ਸੁਚੱਜਾ ਬਣਾ ਦਿੱਤਾ। ਸੰਸਾਰ ਸਾਗਰ ਤੇ ਰੱਖੀਆਂ ਨੇ, ਬੌੜ ਨਾ ਜਨਮੇ ਧਾਏ। ਉਹਨਾਂ ਹਿਰਦਿਆਂ ਅੰਦਰ ਸਦੀਵ ਆਨੰਦ ਆਇਆ। ਤੇ ਸਾਹਿਬ ਕਹਿਣ ਲੱਗੇ ਜਨਮ ਮਰਨ ਦਾ ਤਾਣਾ ਬਾਣਾ ਮੁੱਕ ਜਾਂਦਾ ਹੈ। ਜੇਵਾ ਏਕ ਅਨੇਕ ਗੁਣ ਤਰੇ, ਨਾਨਕ ਚਰਣੀ ਪਾਏ। ਸਾਹਿਬ ਕਹਿਣ ਲੱਗੇ ਇਹ ਤਾਂ ਕੁਝ ਕੁ ਬਿਆਨ ਗੁਣ ਕੀਤੇ ਜਾ ਰਹੇ ਨੇ, ਉਸ ਦੇ ਗੁਣਾਂ ਦਾ ਅੰਤ ਕੋਈ ਨਹੀਂ। ਸਾਡੀ ਤੇ ਜੇਬਾ ਇੱਕ ਹੈ, ਇਸ ਇੱਕ ਜੇਬਾ ਦੇ ਨਾਲ ਮਾਲਕ ਦੇ ਅਸੀਂ ਕਿੰਨੇ ਕੁ ਗੁਣ ਗਾ ਲਵਾਂਗੇ। ਸਤਿਗੁਰੂ ਪਾਵਨ ਬਾਣੀ ਅੰਦਰ ਵੀ ਜ਼ਿਕਰ ਕਰਦੇ ਹਨ,
हर अंत नाही पारावार। कौन है करे विचार, जगत पिता है सर्व प्राण को आधार। जन नानक भगत दर तुल ब्रह्म समसर, एक जी क्या बखाने हां के बल 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 सद बलिहार। ਅਸੀਂ ਇੱਕ ਜੇਬਾ ਦੇ ਨਾਲ ਤੇਰੇ ਗੁਣ ਕਿਹੜੇ ਕਿਹੜੇ ਬਿਆਨ ਕਰਾਂਗੇ, ਕਿਉਂਕਿ ਤੁਮ ਦਾਤੇ ठाकुर प्रतिपालक नायक खसम हमारे। निमक निमक तुम ही प्रतिपालो, हम बारिक तुमरे धारे। तुसी ते हर थां ते जीव दी संभाल करदे हो। जेवा एक अनेक गुण तरे, नानक चरणी पाए। सहम कहन लगे फल गुण नित सलाहिए, जिसनो तिल ना तमाए। फलगुण दे महीने अंदर उपदेश दिता। साहब कहन लगे उस करते नू चेते कर, ਜਿਹੜਾ ਕਦੀ ਵੀ ਤੇਰੇ ਤੋਂ ਕੁਝ ਮੰਗਦਾ ਨਹੀਂ। ਦੁਨੀਆ ਅੰਦਰ ਬਣਾਏ ਹੋਏ ਕੁਝ ਇਸ ਤਰ੍ਹਾਂ ਦੇ ਡੇਰੇ ਜਾਂ ਭਰਮ ਅੰਦਰ ਜਾਂ ਪਖੰਡ ਦੇ ਅੰਦਰ ਪਏ ਹੋਏ ਉਹ ਲੋਕ ਜਿਨ੍ਹਾਂ ਨੂੰ ਸਤਿਗੁਰੂ ਦੀ ਪਾਵਨ ਬਾਣੀ ਕਹਿੰਦੀ ਆਟ ਸੇਤੀ ਨਾਕ ਪਕੜੇ ਸੂਝ ਤੇ ਤਿੰਨ ਲੋ, ਮਗਰ ਪਾਛੈ ਕਛ ਨਾ ਸੂਝੈ ਇਹ ਪਦਮ ਅਲੋ। ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਈ, ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ। ਇਸ ਤਰ੍ਹਾਂ ਦੇ ਕਰਮ ਕਾਂਡੇ ਜੇ ਉਹਨਾਂ ਦੇ ਦੁਆਰੇ ਕੁਝ ਭੇਟਾ ਕਰਦੇ ਰਹੋ ਤੇ ਉਹ ਤੁਹਾਨੂੰ ਅਸੀਸਾਂ ਦਿੰਦੇ ਰਹਿਣਗੇ, ਤੁਹਾਨੂੰ ਆਸ਼ੀਰਵਾਦ ਦਿੰਦੇ ਰਹਿਣਗੇ। ਜਿਸ ਦਿਨ ਤੁਸੀਂ ਕੁਝ ਭੇਟਾ ਨਾ ਕੀਤਾ ਤੇ ਸ਼ਾਇਦ ਉਹ ਤੁਹਾਡੇ ਨਾਲ ਨਜ਼ਰਾਂ ਵੀ ਨਾ ਮਿਲਾਣ, ਪਰ ਪਰਮੇਸ਼ਰ ਕਦੀ ਵੀ ਇਸ ਜੀਵ ਤੋਂ ਕੋਈ ਆਸ ਨਹੀਂ ਕਰਦਾ। ਬਸ ਇੱਕੋ ਹੀ ਆਸ ਕਿ ਜਿਹੜਾ ਜੀਵ ਇਸ ਧਰਤੀ ਤੇ ਭੇਜਿਆ ਹੈ ਉਹ ਚੰਗੇ ਗੁਣ ਇਕੱਠੇ ਕਰ ਲਏ, ਚੰਗੇ ਸੰਸਕਾਰ ਸਤਿਗੁਰੂ ਦੀ ਹਜ਼ੂਰੀ ਅੰਦਰ ਸੰਗਤ ਦੇ ਵਿੱਚ ਬੈਠ ਕੇ ਲੈ ਲਏ ਤੇ ਉਸ ਦਾ ਜੀਵਨ ਸੁਚੱਜਾ ਬਣ ਜਾਂਦਾ ਹੈ। ਸਤਿਗੁਰੂ ਨੇ ਅਗਲੇ ਉਪਦੇਸ਼ ਅੰਦਰ ਇਹ ਸਮਝਾਇਆ ਕਿ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਜਿਨ੍ਹਾਂ ਨੇ ਮਾਲਕ ਦੇ ਗੁਣਾਂ ਨੂੰ ਚੇਤੇ ਕੀਤਾ ਉਸ ਦੀ ਯਾਦ ਸਦੀਵ ਕਾਲ ਲਈ ਹਿਰਦੇ ਅੰਦਰ ਬਣਾ ਲਈ। ਸਹਿਬ ਕਹਿਣ ਲੱਗੇ ਉਹਨਾਂ ਦੇ ਇਹ ਕਾਰਜ ਲੋਕ ਵੀ ਅਤੇ ਪਰਲੋਕ ਸਾਰੇ ਸੋਇਲੇ ਜਾਂਦੇ ਨੇ। ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖਰੇ। ਜਿਨ੍ਹਾਂ ਨੇ ਪੂਰੇ ਗੁਰੂ ਰਾਹੀਂ ਮਾਲਕ ਨੂੰ ਆਰਾਧਿਆ, ਸਾਹਿਬ ਕਹਿਣ ਲੱਗੀ ਉਹ ਜਿਉਂਦੇ ਜੀ ਰੱਬ ਦੇ ਘਰ ਅੰਦਰ ਥਾਂ ਬਣਾ ਗਏ। ਸਰਬ ਸੁਖਾਂ ਨਿਤ ਚਰਨ ਹਰ, ਭਉਜਲ ਬਿਖਮ ਤਰੇ। ਉਹਨਾਂ ਨੂੰ ਮਾਨੋ ਸਾਰੇ ਸੁਖ ਮਿਲ ਗਏ, ਉਹ ਇਸ ਭਵ ਸਾਗਰ ਤੋਂ ਜਿਉਂਦੇ ਜੀ ਤਰ ਗਏ। ਪ੍ਰੇਮ ਭਗਤ ਤਿਨ ਪਾਈਆ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰੇਮਾ ਭਗਤੀ ਪੈਦਾ ਹੋ ਗਈ। ਵਿਖਿਆ ਨਾਹੀਂ ਜ਼ਰੇ, ਉਹਨਾਂ ਦੇ ਹਿਰਦਿਆਂ ਅੰਦਰ ਵਿਕਾਰਾਂ ਨੂੰ ਕੋਈ ਥਾਂ ਨਹੀਂ ਰਹਿ ਜਾਂਦੀ। ਕੂੜ ਗਏ ਦੁਬਦਾ ਨਸੇ, ਉਹਨਾਂ ਦੇ ਜੀਵਨ ਵਿੱਚੋਂ ਖੁਆਰੀ ਨਿਕਲ ਜਾਂਦੀ ਹੈ। ਕੂੜ ਗਏ ਦੁਬਦਾ ਨਸੇ, ਪੂਰਨ ਸੱਚ ਭਰੇ। ਉਹ ਸਦੀਵ ਕਾਲ ਲਈ ਅੰਦਰੋਂ ਮਨ ਨੂੰ ਭਰ ਜਾਂਦੇ ਹਨ ਗੁਣਾਂ ਦੇ ਨਾਲ। ਪਾਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਏਕ ਧਰੇ। ਜਦੋਂ ਉਹਨਾਂ ਨੇ ਇੱਕ ਨੂੰ ਥਾਂ ਦੇ ਦਿੱਤਾ ਤੇ ਸਾਹਿਬ ਕਹਿਣ ਲੱਗੇ ਉਹ ਹੀ ਆਨੰਦ ਫਿਰ ਮਾਣਦੇ ਹਨ। ਮਾਂ ਦਿਵਸ ਮਹੂਰਤ ਭਲੇ, ਜ਼ਰੂਰੀ ਨਹੀਂ ਸੰਗਰਾਂਦ ਵਾਲਾ ਦਿਨ ਹੋਵੇ, ਮੱਸਿਆ ਵਾਲਾ ਪੂਰਨਮਾਸ਼ੀ ਵਾਲਾ ਦਿਨ ਹੋਏ ਤੇ ਉਹ ਤਾਂ ਹੀ ਗੁਰੂ ਦੇ ਕੋਲ ਆਉਣਗੇ। ਸਾਹਿਬ ਕਹਿਣ ਲੱਗੇ ਉਹ ਤੇ ਹਰ ਸਮੇਂ ਹੀ ਕਰਤੇ ਨਾਲ ਮਿਲਾਪ ਹਾਸਲ ਕਰਦੇ ਹਨ। ਉਹ ਸਦਾ ਸਦੀਵ ਕਾਲ ਲਈ ਜੁੜੇ ਰਹਿੰਦੇ ਹਨ, ਜਿਨ੍ਹਾਂ ਦੇ ਹਿਰਦਿਆਂ ਅੰਦਰ ਗੁਣਾਂ ਦਾ ਫਲ ਲੱਗ ਜਾਂਦਾ ਹੈ। ਸਾਹਿਬ ਕਹਿਣ ਲੱਗੇ ਸਮਾਂ ਭਾਵੇਂ ਕੋਈ ਵੀ ਹੋਏ, ਮਾਹ ਮਹੀਨਾ ਦਿਵਸ ਕੋਈ ਵੀ ਦਿਨ ਹੋਏ, ਮਹੂਰਤ ਭਲੇ, ਉਹਨਾਂ ਵਾਸਤੇ ਸਾਰੇ ਸਮੇਂ ਸਾਰਾ ਹੀ ਟਾਈਮ ਚੰਗਾ ਹੈ। ਸਾਈ ਘੜੀ ਸੁਲੱਖਣੀ, ਮਾਹ ਦਿਵਸ ਮਹੂਰਤ ਭਲੇ ਜਿਸ ਕੋ ਨਦਰ ਕਰੇ। ਜਿਨ੍ਹਾਂ ਉੱਪਰ ਗੁਰੂ ਦੀ ਨਦਰ ਹੋ ਜਾਂਦੀ ਹੈ, ਨਾਨਕ ਮੰਗੈ ਦਰਸ਼ਦਾਨ, ਕਿਰਪਾ ਕਰੋ ਹਰੇ। ਸਾਹਿਬ ਕਹਿਣ ਲੱਗੇ ਇਸ ਤਰ੍ਹਾਂ ਦੇ ਪਿਆਰਿਆਂ ਦੀ ਮੈਂ ਵੀ ਸੰਗਤ ਲੋਚਦਾ ਹਾਂ, ਜਿਹੜੇ ਆਪਣਾ ਜੀਵਨ ਵੀ ਸੁਚੱਜਾ ਬਣਾ ਗਏ ਤੇ ਦੂਸਰਿਆਂ ਦੇ ਜੀਵਨ ਦੇ ਅੰਦਰ ਵੀ ਉਹ ਸਦੀਵ ਕਾਲ ਲਈ ਆਨੰਦ ਪੈਦਾ ਕਰ ਗਏ। ਸਾਹਿਬ ਕਹਿਣ ਲੱਗੇ ਨਾਨਕ ਮੰਗੈ ਦਰਸ਼ਦਾਨ, ਕਿਰਪਾ ਕਰੋ ਹਰੇ। ਮੈਂ ਕਿਰਪਾ ਦੀ ਖੈਰ ਫਿਰ ਤੇਰੇ ਦਰ ਤੋਂ ਮੰਗਦਾ ਹਾਂ ਕਿ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅੰਧ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸਾਹਿਬ ਕਹਿਣ ਲੱਗੇ ਜਿਹੜੇ ਗੁਰੂ ਦੇ ਨਾਲ ਜੁੜ ਗਏ,
ਪੂਰੇ ਸੰਤ ਜਨ ਦੀ ਸ਼ਰਨ ਅੰਦਰ ਆ ਕੇ ਦਿੱਤੇ ਹੋਏ ਉਪਦੇਸ਼ ਨੂੰ ਕਮਾ ਗਏ। ਕਦੀ ਇਸ ਘਰ ਅੰਦਰ ਆ ਕੇ ਤਰਲਾ ਲਿਆ ਸੀ, ਕੀਰਤ ਕਰਮ ਕੀ ਵਿਛੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਡ ਦੇ ਦਿਸ ਪ੍ਰਮੇ ਥਕ ਆਏ ਪ੍ਰਭ ਕੀ ਸ਼ਾਮ। ਕਿ ਤੇਰੀ ਸ਼ਰਨ ਅੰਦਰ ਆਏ ਹਾਂ, ਤੈਨੂੰ ਕੋਈ ਦੋਸ਼ ਨਹੀਂ ਦਿੰਦੇ, ਆਪਣੇ ਕੀਤੇ ਹੋਏ ਕਰਮਾਂ ਕਰਕੇ ਵਿਛੋੜਾ ਪੈ ਗਿਆ। ਹੁਣ ਤੁਸੀਂ ਬਖਸ਼ਿਸ਼ ਰਹਿਮਤ ਕਰਕੇ ਮਿਲਾਪ ਕਰਵਾ ਦਿਓ। ਤੇ ਗੁਰੂ ਨੇ ਕਿਹਾ ਸੀ, ਚੇਤ ਗੋਵਿੰਦ ਅਰਾਧਿਐ ਹੋਵੇ ਆਨੰਦ ਘਣਾ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਕਿ ਉਸ ਨੂੰ ਚੇਤੇ ਕਰ, ਸੰਤ ਜਨਾਂ ਦੀ ਸੰਗਤ ਅੰਦਰ ਬੈਠ ਕੇ ਜਦੋਂ ਮਾਲਕ ਨੂੰ ਚੇਤੇ ਕਰੇਗਾ ਤੇ ਤੇਰੇ ਹਿਰਦੇ ਅੰਦਰ ਸਦੀਵ ਕਾਲ ਲਈ ਆਨੰਦ ਬਣ ਜਾਏਗਾ। ਸਤਿਗੁਰੂ ਨੇ ਫਿਰ ਵੱਖ-ਵੱਖ ਰੁੱਤਾਂ ਰਾਹੀਂ ਇਸ ਜੀਵ ਨੂੰ ਉਪਦੇਸ਼ ਦਿੰਦਿਆਂ ਹੋਇਆਂ ਫੱਗਣ ਦੇ ਮਹੀਨੇ ਅੰਦਰ ਹੀ ਬਖਸ਼ਿਸ਼ ਕਰ ਦਿੱਤੀ ਕਿ ਜਪਣ ਵਾਲੇ ਦੇ ਹਿਰਦੇ ਅੰਦਰ ਗੁਣਾਂ ਦਾ ਫਲ ਲੱਗ ਗਿਆ ਤੇ ਉਸ ਦਾ ਆਇਆ ਸੰਸਾਰ ਅੰਦਰ ਸਫਲਾ ਹੋ ਗਿਆ। ਸਤਿਗੁਰੂ ਕਿਰਪਾ ਕਰਨ, ਸਤਿਗੁਰੂ ਦਾ ਦਿੱਤਾ ਹੋਇਆ ਉਪਦੇਸ਼ ਆਪਾਂ ਵੀ ਆਪਣੇ ਜੀਵਨ ਦੇ ਅੰਦਰ ਲਾਗੂ ਕਰਕੇ ਜਿਉਂਦੇ ਜੀ ਕਰਤੇ ਦੇ ਘਰ ਅੰਦਰ ਥਾਂ ਬਣਾ ਜਾਈਏ। ਸਤਿਗੁਰੂ ਕਿਰਪਾ ਕਰਨ, ਬਚਨ ਹਿਰਦਿਆਂ ਅੰਦਰ ਵਸਣ, ਭੁੱਲਾਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।